सत श्री अकाल जी। तुसी वेख रहे हो पंजाब इस वेले। मैं हां दिव्या नेजा। रुख करदे सिद्धा वड्डी खबरां वल गल करांगे। सब तो पहला पंजाब दे मुख मंत्री चरणजीत सिंह चन्नी दी, जिन्हां वल्लों किसान अंदोलन दे दौरान लाल किले विच पुलिस वल्लों कीती गई लाठी चार्ज दा शिकार होए अते देश विरोधी केसां दे विच फसे किसानां नूं मदद लई 2-2 लाख रुपए दा ऐलान कीता गया है, जिस तो बाद सियासत लगातार गरमाउंदी जा रही है। इसे ਨੂੰ ਲੈ ਕੇ ਬੀਜੇਪੀ ਦੇ ਆਗੂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਐਨਆਈਏ ਤੋਂ ਕਰਵਾਉਣ ਦੇ ਲਈ ਵੀ ਕਿਹਾ ਗਿਆ ਹੈ। ਨਾਲ ਹੀ ਪੂਰੇ ਮਾਮਲੇ ਦੇ ਵਿੱਚ ਕਾਂਗਰਸ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸਰ, ਜਿਹੜੀ ਐਨਆਈਏ ਏਜੰਸੀ ਹੈ ਉਹ ਕੇਂਦਰ ਸਰਕਾਰ ਦੇ ਥੱਲੇ ਹੈ। ਉਹ ਜਿਹੜੀ ਵੀ ਜਾਂਚ ਕਰਨਾ ਚਾਹਣ ਉਹ ਕਰ ਸਕਦੇ ਹੈ। ਚੰਨੀ ਸਾਹਿਬ ਨੇ ਜੋ ਅਨਾਉਂਸ ਕੀਤਾ ਹੈ ਉਹ ਪੰਜਾਬ ਸਰਕਾਰ ਆਲਰੇਡੀ ਜਿਹੜੇ ਕਿਸਾਨ ਅੰਦੋਲਨ ਵਿੱਚ ਕੁਝ ਸ਼ਹੀਦ ਹੋ ਰਿਹਾ ਹੈ ਉਸ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇ ਰਹੇ ਆ। ਚੰਨੀ ਸਾਹਿਬ ਨੇ ਅਨਾਉਂਸ ਕੀਤਾ ਕਿ ਜਿਹੜੇ 26 ਜਨਵਰੀ ਵਾਲੇ ਦਿਨ ਜਿਨ੍ਹਾਂ ਦੇ ਝੂਠੇ ਕੇਸ ਬਣੇ, ਜਿਹੜਿਆਂ ਨੇ ਕੁਝ ਕੀਤਾ ਹੀ ਨਹੀਂ ਸੀ ਦੇਸ਼ ਧਰੋਣ ਨਾਲ। ਦੇਸ਼ ਧਰੋਹ ਕੀ ਹੁੰਦਾ ਸਾਹਿਬ? ਤਿਰੰਗੇ ਦਾ ਅਪਮਾਨ। ਕੀ ਤਿਰੰਗੇ ਦਾ ਅਪਮਾਨ ਹੋਇਆ? ਉਸਨੇ ਸਭ ਤੋਂ ਉੱਤੇ ਲਹਿਰਾ ਰਿਹਾ ਸੀ ਔਰ ਸਾਡਾ ਉਸ ਪਰਚਮ ਨੂੰ ਸਭ ਦੇਖ ਰਹੇ ਸੀਗੇ। ਕੋਈ ਵੀ ਇਸ ਕਿਸਮ ਦਾ ਮਾਹੌਲ ਨਹੀਂ ਉੱਥੇ ਬਣਾਇਆ ਗਿਆ ਸੀ। ਤੇ 26 ਜਨਵਰੀ ਵਾਲੇ ਦਿਨ ਜੇ ਆਪਾਂ ਹੁਣ ਇਹਨੂੰ ਦੂਜੋਂ ਲੈ ਕੇ ਚੱਲੀਏ ਕਿ ਕੇਂਦਰ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਕਿ ਜਿਹੜਾ ਸਾਡਾ ਲਾਲ ਕਿਲ੍ਹਾ, ਜਿਹੜਾ ਸਾਡਾ 26 ਜਨਵਰੀ ਵਾਲੇ ਦਿਨ ਅਸੀਂ ਉਹਨੂੰ ਰੈੱਡ ਏਰੀਆ 'ਚ ਰੱਖਦੇ ਆ ਕਿ ਇੱਥੇ ਕੋਈ ਵੀ ਇੱਥੇ ਚਿੜੀ ਵੀ ਨਹੀਂ ਫੜਕ ਸਕਦੀ। ਉਹਨਾਂ ਨੇ ਇਸ ਕਿਸਮ ਦਾ ਮਾਹੌਲ ਜਾਂ ਇਸ ਤਰੀਕੇ ਦਾ ਅਲਾਓ ਕਿਉਂ ਕੀਤਾ ਉੱਧਰ ਨੂੰ ਸਭ ਨੂੰ ਜਾਣ ਲਈ। ਪਰ ਜਿਹੜੇ ਵੀ ਇਨਸਾਨ ਉੱਥੇ ਪਹੁੰਚੇ ਉਹਨਾਂ 'ਚੋਂ ਮੈਜੋਰਿਟੀਜ਼ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਦੇਸ਼ ਦੇ ਖਿਲਾਫ ਜਾਂ ਦੇਸ਼ ਦੇ ਉਲਟ ਹੋਵੇ। देखो, कांग्रेस सरकार तो हमेशा पौने 5 साल सुत्ती रहती है। जो लास्ट वाले 3 महीने आते हैं जिदा चोण वादे होंगे ना उदा की ड्रामेबाजी करके लोगों को गुमराह करना चाहते हैं। कांग्रेस सरकार ने तो इन बिन कानून इदा के लागू किए हुए हैं। ये झूठी सरकार है, सारी दुनिया को पता लग चुका। ਅੱਗੇ ਗੱਲ ਕਰਾਂਗੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ, ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ। ਮੀਡੀਆ ਅੱਗੇ ਕਈ ਗੱਲਾਂ ਵੀ ਕੀਤੀਆਂ, ਨਾਲ ਦੀ ਨਾਲ ਆਪ ਤੋਂ ਲੈ ਕੇ ਚੰਨੀ ਸਰਕਾਰ ਤੱਕ ਦੀਆਂ ਕੀਤੀਆਂ ਕਈ ਗੱਲਾਂ। ਹੋਰ ਕੀ ਕੁਝ ਕਿਹਾ ਉਹਨਾਂ ਨੇ ਮੀਡੀਆ ਦੇ ਸਾਹਮਣੇ, ਆਓ ਤੁਹਾਨੂੰ ਸੁਣਾਉਂਦੇ ਆ। 2017 'ਚ ਕਹਿੰਦੇ ਸੀ 100 ਸੀਟਾਂ ਆਉਣਗੀਆਂ, ਬਹੁਤ ਵੱਡੀ ਸਰਕਾਰ ਬਣਾਉਗੀ। 100 ਤੋਂ ਜਾ ਕੇ 20 ਸੀਟਾਂ 'ਚ ਰਹਿ ਗਈ ਆਮ ਆਦਮੀ ਪਾਰਟੀ। ਉਹ 20 ਵਿੱਚੋਂ ਵੀ 10 ਛੱਡ ਕੇ ਚਲੇ ਗਏ। ਅਸੀਂ ਤਾਂ ਪਹਿਲੇ ਹੀ ਕਹਿੰਦੇ ਸੀ ਕਾਂਗਰਸ ਦੀ ਬੀ ਟੀਮ ਹੈ, ਤੇ ਦੇਖਿਆ ਹੀ ਹੈਗਾ ਲੋਕ ਸਭਾ ਚੋਣਾਂ 'ਚ ਅੱਧੇ ਤਾਂ ਚਲੇ ਗਏ ਸੀਗੇ, ਬਾਕੀ ਬਚੇ ਕੁਚੇ ਹੁਣ ਚਲੇ ਗਏ ਨੇ। ਸੋ ਕਾਂਗਰਸ ਦੀ ਬੀ ਟੀਮ ਹੈਗੀ ਜੀ। ਤੇ ਕੇਜਰੀਵਾਲ ਸਾਹਿਬ ਦਾ ਨਵਾਂ ਧੰਦਾ ਹੈਗਾ, ਜਿਹੜੇ ਸੂਬੇ ਵਿੱਚ ਚੋਣਾਂ ਹੁੰਦੀਆਂ ਨੇ ਉੱਥੇ ਜਾ ਕੇ ਫਿਰ ਕਿਵੇਂ ਟਿਕਟਾਂ ਵਿਕਦੀਆਂ ਨੇ ਤਾਂ ਆਪ ਹੀ ਆਮ ਆਦਮੀ ਵਾਲੇ ਦੱਸਦੇ ਨੇ। ਸੋ ਇੱਕ ਨਵਾਂ ਪਾਰਟੀ ਆਈ ਹੈ ਜਿਹੜਾ ਨਵਾਂ ਧੰਦਾ ਬਣਾਤਾ ਰਾਜਨੀਤੀ ਨੂੰ। ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ 'ਚ ਇਹਨਾਂ ਦਾ ਚੰਗੀ ਤਰ੍ਹਾਂ ਦਾ ਸਫਾਇਆ ਹੋਊਗਾ। ਰੇਤਾ ਦੇ ਰੇਟ ਇਹਨਾਂ ਘਟਾਏ ਸੀ, ਬਟ ਅਜੇ ਵੀ ਕਈ ਜਗ੍ਹਾ ਤੋਂ ਮਹਿੰਗੀ ਮਿਲ ਰਹੀ ਹੈ ਜੀ। ਜ਼ਮੀਨੀ ਪੱਧਰ ਤੇ ਲੋਕਾਂ ਨੂੰ ਕੋਈ ਫਾਇਦਾ ਨਜ਼ਰ ਨਹੀਂ ਆ। ਜਿੰਨੇ ਵੀ ਐਲਾਨ ਚੰਨੀ ਸਾਹਿਬ ਨੇ ਕੀਤੇ ਨੇ ਉਹਨਾਂ ਦਾ ਤੁਸੀਂ ਦੱਸ ਦਿਓ ਜ਼ਮੀਨ 'ਚ ਕਿੱਥੇ ਅਸਰ ਹੋਇਆ ਹੈ। ਹਕੀਕਤ ਹੈਗੀ ਕਿ ਆਹ ਇਕੱਲੇ ਇੱਕ ਪ੍ਰਚਾਰ ਮੁੱਖ ਮੰਤਰੀ ਬਣ ਕੇ ਰਹਿ ਗਏ ਨੇ। ਜਿਸ ਦਿਨ ਇਹਨਾਂ ਨੇ ਸਹੁੰ ਚੱਕੀ ਸਭ ਤੋਂ ਪਹਿਲੇ ਕੈਪਟਨ ਸਾਹਿਬ ਦੀ ਫੋਟੋਆਂ ਸਾਰੀ ਹੋਰਡਿੰਗਸ ਤੋਂ ਬੱਸਾਂ ਤੋਂ ਲਾ ਕੇ ਆਪ ਦੀਆਂ ਚਿਪਕਾਉਣ ਦਾ ਕੰਮ ਕੀਤਾ। ਜੇ ਓਨਾ ਹੀ ਸਮਾਂ ਜ਼ਮੀਨ 'ਚ ਜਾ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ, ਹੁਣ ਭਾਵੇਂ ਕਹਿੰਦੇ ਨੇ ਕਿ ਰੇਤਾ 3 ਰੁਪਏ ਹੋ ਗਿਆ, ਤੁਸੀਂ ਆਪ ਦੱਸ ਦਿਓ 3 ਰੁਪਏ 'ਚ ਚੰਨੀ ਸਾਹਿਬ ਦੱਸ ਦੇਣ ਕਿੱਥੇ ਮਿਲਦਾ। ਜਿਹੜੇ ਹੈਲੀਕਾਪਟਰਾਂ 'ਚ ਉੜਨ 'ਚ ਲੱਗ ਗਏ ਨੇ ਤੇ ਕਿੱਥੇ ਮਿਲਣਾ ਹੈਗਾ। 3 ਦੀ ਜਗ੍ਹਾ ਕਈ 12, 12.5, 13 ਕਈ ਰੁਪਏ ਦਾ ਹੋਰ ਮਿਲ ਰਿਹਾ ਹੈਗਾ। ਤੇ ਜਿਹੜਾ ਇਹ ਕਹਿ ਰਹੇ ਨੇ ਭਾਵੇਂ ਬਿਜਲੀ ਦੀ ਗੱਲ ਕਰ ਲਓ, ਭਾਵੇਂ ਬਿਜਲੀ ਬਿੱਲ ਮਾਫੀ ਦੀ ਗੱਲ ਕਰ ਲਓ, ਜਾਂ ਨਰਮੇ ਦਾ ਮੁਆਵਜ਼ਾ ਕਹਿ ਲਓ, ਜਾਂ ਇਹਨਾਂ ਦੇ 5-5 ਮਰਨੇ ਪਲਾਟਾਂ ਦਾ ਕਹਿ ਦਿਓ, ਜਾਂ ਨੌਕਰੀਆਂ ਦਾ ਕਹਿ ਦਿਓ। ਕਿਹੜੀ ਗੱਲ ਹੈਗੀ ਚੰਨੀ ਸਾਹਿਬ ਦੀ ਜਿਹੜੀ ਜ਼ਮੀਨ 'ਚ ਉਤਰ ਕੇ ਆਈ ਹੈ? ਹਕੀਕਤ ਆ ਹੈਗੀ ਕਿ 40 ਦਿਨ ਇਹਨਾਂ ਦੇ ਰਹਿ ਗਏ। 40 ਦਿਨਾਂ 'ਚ ਇਹਨਾਂ ਨੇ ਨਵੇਂ 40 ਐਲਾਨ ਕਰਨੇ ਨੇ। ਚੋਣ ਜਾਬਤਾ ਲੱਗ ਜੂਗਾ ਤਾਂ ਕਹਿਣਗੇ ਜੀ ਆ ਨਵੀਂ ਟੀਮ ਆਈ ਹੈ ਜਿਹੜੇ ਨਵੇਂ ਕੰਮ ਕਰ ਰਹੇ। ਟੀਮ ਉਹੀ ਹੈਗੀ, ਪਾਰਟੀ ਵੀ ਉਹੀ ਹੈਗੀ, ਕੰਮਕਾਜ ਵੀ ਉਹੀ ਹੈ। ਝੂਠੇ ਲਾਰੇ ਝੂਠੇ ਵਾਲੇ। ਅੱਗੇ ਗੱਲ ਕਰਾਂਗੇ ਭਾਜਪਾ ਨੇਤਾ ਹਰਜੀਤ ਗਰੇਵਾਲ ਦੀ, ਜਿਨ੍ਹਾਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਸੀਐਮ ਹੈਗੇ ਨੇ, ਉਹਨਾਂ ਨੇ 2-2 ਲੱਖ ਰੁਪਏ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ਤੇ ਦੇਣ ਦੀ ਜਦ ਦਾ ਐਲਾਨਿਆ ਹੈਗਾ ਆ, ਉਸ ਤੋਂ ਬਾਅਦ ਹੀ ਸਿਆਸਤ ਦਾ ਗਲਿਆਰਾ ਗਰਮਾਇਆ ਹੋਇਆ ਆ। ਹੁਣ ਇੱਕ ਇੱਕ ਕਰਕੇ ਹਰ ਨੇਤਾ ਦੇ ਬਿਆਨ ਸਾਹਮਣੇ ਆ ਰਹੇ ਨੇ, ਲੇਕਿਨ ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕੀ ਕੁਝ ਕਿਹਾ ਚਰਨਜੀਤ ਸਿੰਘ ਚੰਨੀ ਦੇ ਇਸ ਡਿਸੀਜਨ ਨੂੰ ਲੈ ਕੇ, ਆਓ ਤੁਹਾਨੂੰ ਦਿਖਾਉਂਦੇ ਆ। ਔਰ ਇਹ ਇੱਕ ਤਰ੍ਹਾਂ ਨਾਲ ਮਰਿਆਦਾ ਦੀ ਵੀ ਉਲੰਘਣਾ ਹੈਗੀ ਆ, ਇਹ ਗੈਰ ਸੰਵਿਧਾਨਿਕ ਆ।
ਔਰ ਲੋਕਤੰਤਰ ਦੇ ਲਈ ਵੀ ਇਹ ਘਾਤਕ ਆ। ਲੋਕਤੰਤਰ ਪਰੰਪਰਾਵਾਂ ਤੇ ਆਧਾਰਿਤ ਹੁੰਦਾ। ਇਹ ਗਲਤ ਪਰੰਪਰਾ ਕਾਂਗਰਸ ਪਾ ਰਹੀ ਹੈ ਔਰ ਇਸ ਤੋਂ ਸਾਫ਼ ਹੋ ਗਿਆ ਕਿ ਇਹ ਜਿਹੜਾ ਕੁਝ ਕਰਵਾ ਰਹੀ ਹੈ ਕਿਸਾਨ ਦਾ ਮੋਢਾ ਲੱਭ ਕੇ ਕਾਂਗਰਸ ਕਰਵਾ ਰਹੀ ਹੈ, ਕਿਸਾਨ ਨਹੀਂ ਕਰ ਰਿਹਾ। ਔਰ ਕਿਸਾਨ ਜਥੇਬੰਦੀਆਂ 'ਚ ਕੁਝ ਜਥੇਬੰਦੀਆਂ ਨਾਲੇ ਕਾਮਰੇਡਾਂ ਨਾਲ ਮਿਲੇ ਹੋਏ ਆ ਔਰ ਉਹਦੇ 'ਚ ਇਹ ਕਰਵਾ ਰਹੇ ਆ। ਜਿਹੜਾ ਸੜਕਾਂ ਤੇ ਬੈਠਾ ਉਹ ਜੈਨੂਅਨ ਕਿਸਾਨ ਬੈਠਾ ਔਰ ਉਹ ਆਪਦਾ ਸੰਘਰਸ਼ ਕਰਨ ਵਾਸਤੇ ਆਇਆ ਹੋਇਆ, ਉਸ ਨੂੰ ਗੁੰਮਰਾਹ ਕਰ ਰਹੇ ਆ ਇਹ ਲੋਕ। ਇਹ ਨਹੀਂ ਕਰਨਾ ਚਾਹੀਦਾ। ਬਿਲਕੁਲ ਪੁਲਿਸ ਦਾ ਮਨੋਬਲ ਤਾਂ ਡਾਊਨ ਹੋਏਗਾ ਹੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੁਣੇ ਹੋਏ ਪ੍ਰਤੀਨਿਧੀ ਕਰਨਗੇ ਤਾਂ ਉਹ ਹੋਏਗਾ ਹੀ। ਔਰ ਇਹ ਜਾ ਕੇ ਇਹਨਾਂ ਦਾ ਏਰੀਆ ਆਪਰੇਸ਼ਨ ਨਹੀਂ ਹੈ। ਪੰਜਾਬ ਸਰਕਾਰ ਦਾ ਕੋਈ ਉੱਥੇ ਕਾਨੂੰਨ ਵਿਵਸਥਾ ਨਹੀਂ ਹੈ। ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇਹ ਵਿਧਾਇਕ ਜਾ ਕੇ ਉੱਥੇ ਗਲਤ ਰਿਪੋਰਟਾਂ ਦਿੰਦੇ ਆ। ਬਿਲਕੁਲ ਹੀ ਤਾਂ ਕ੍ਰਿਮੀਨਲ ਦਾ ਮਨੋਬਲ ਔਰ ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਲੋਕਾਂ ਨੂੰ ਦਾ ਮਨੋਬਲ ਵਧਾਏਗਾ। ਲੋਕਤੰਤਰ ਟ੍ਰੈਡੀਸ਼ਨਸ ਤੇ ਬੇਸ ਕਰਦਾ। ਡੈਮੋਕ੍ਰੇਸੀ ਜਿਹੜੀਆਂ ਪਰੰਪਰਾ ਅਸੀਂ ਪਾਵਾਂਗੇ ਉਹੀ ਜਿਹਾ ਅਸੀਂ ਸਾਨੂੰ ਮਿਲਦਾ ਵਿਵਹਾਰ। ਔਰ ਇਹ ਗਲਤ ਪਰੰਪਰਾ ਪਾ ਰਹੀ ਹੈ। ਪੰਜਾਬ ਸਰਕਾਰ ਦਾ ਗਲਤ ਕੰਮ ਹੈ ਔਰ ਪੰਜਾਬ ਦੀ ਵਿਧਾਨ ਸਭਾ ਦੀ ਤਰਫੋਂ ਜਿਹੜੇ ਵਿਧਾਇਕ ਨੇ ਉਹਨਾਂ ਦਾ ਵੀ ਆਚਰਣ ਠੀਕ ਨਹੀਂ, ਦਰੁਸਤ ਨਹੀਂ ਹੈ। ਅੱਗੇ ਗੱਲ ਕਰਾਂਗੇ 26 ਜਨਵਰੀ ਤੋਂ ਹੋਈ ਕਿਸਾਨ ਹਿੰਸਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੁਆਰਾ ਬਣਾਈ ਗਈ ਕਮੇਟੀ ਦੇ ਮੁਖੀਆ ਕੁਲਦੀਪ ਸਿੰਘ ਵੇਦ ਨੇ ਕਿਹਾ ਕਿ ਹੁਣ ਲੋਕਾਂ ਨੇ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਫੈਸਲਾ ਕਰ ਲਿੱਤਾ ਹੈਗਾ। ਸਿਰਫ ਲੋਕ ਹੀ ਨਹੀਂ, ਹੁਣ ਕੁਝ ਪੋਲੀਟੀਕਲ ਚਿਹਰੇ ਵੀ ਅੱਗੇ ਆ ਕੇ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਦੇ ਇਸ ਅੰਦੋਲਨ ਨੂੰ ਸਮਰਥਨ ਦੇ ਰਹੇ ਨੇ। ਕੀ ਕੁਝ ਕਹਿੰਦੇ ਨਜ਼ਰ ਆਏ, ਆਓ ਤੁਹਾਨੂੰ ਵਿਖਾਉਂਦੇ ਆ ਕੁਲਦੀਪ ਸਿੰਘ ਵੇਦ। ਤੁਸੀਂ ਮੈਨੂੰ ਇਹ ਗੱਲ ਦੱਸੋ, ਮੈਂ ਤੁਹਾਨੂੰ ਸਵਾਲ ਪੁੱਛਦਾ, ਸਾਡੇ ਗਰੀਬ ਕਿਸਾਨ ਜਿਨ੍ਹਾਂ ਦੇ ਕੋਲੇ ਬੜਿਆਂ ਕੋਲੇ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਹੈ, ਉਹ ਕਿਸਾਨਾਂ ਦੇ ਉੱਤੇ ਦਿੱਲੀ ਪੁਲਿਸ ਨੇ ਝੂਠੇ ਕੇਸ ਦਰਜ ਕਰ ਦਿੱਤੇ। ਉਹਨਾਂ ਨੂੰ ਉੱਥੇ ਥਾਣਿਆਂ 'ਚ ਮਾਰਿਆ ਕੁੱਟਿਆ ਗਿਆ, ਫਿਰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਉਹਨਾਂ ਦਾ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਕਰਾਇਆ ਗਿਆ। ਡਾਕਟਰਾਂ ਨੇ ਕਿਸੇ ਨੇ ਕੋਈ ਡੋਲੋ ਬੁਖਾਰ ਦੀ ਵੀ ਗੋਲੀ ਨਹੀਂ ਦਿੱਤੀ, ਠੀਕ ਹੈ। ਉਹਨਾਂ ਨੂੰ ਭੁੱਖਿਆਂ ਰੱਖਿਆ ਗਿਆ। ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਮਾਰਿਆ ਕੁੱਟਿਆ। ਕਦੇ ਸੁਣਿਆ ਜੇਲ੍ਹ 'ਚ ਵੀ, ਤਿਹਾੜ ਜੇਲ੍ਹ 'ਚ ਵੀ ਮਾਰ ਕੁੱਟ ਹੁੰਦੀ ਹੈ? ਸਾਡੇ ਮੁੰਡਿਆਂ ਦੇ ਉੱਥੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਗਾਲੀ ਗਲੋਚ ਕੀਤੀ ਗਈ, ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ। ਤੇ ਉਹਨਾਂ ਦੀ ਸਰਕਾਰ ਮਦਦ ਨਾ ਕਰੇ, 100% ਮਦਦ ਕਰਾਂਗੇ। ਜਿਹੜੇ ਸਾਡਾ ਆਪਣਾ ਕੋਈ ਆਧਾਰ ਨਹੀਂ, ਜਿਹੜੇ ਸਾਡੇ ਕਿਸਾਨ ਵੀਰਾਂ ਦੇ ਉੱਤੇ ਕੇਸ ਰਜਿਸਟਰ ਕੀਤੇ ਗਏ, ਉਹਨਾਂ ਦੇ ਉੱਤੇ ਥਾਣਿਆਂ ਵਿੱਚ ਤੇ ਜੇਲ੍ਹਾਂ ਤਸ਼ੱਦਦ ਕੀਤੀ ਗਈ, ਅਸੀਂ ਸਿਰਫ ਉਹਨਾਂ ਦੇ ਜਿਹੜੇ ਬਿਆਨ ਆ ਰਿਕਾਰਡ ਕਰਕੇ ਉਹਨਾਂ ਦੇ ਆਧਾਰ ਤੇ ਹੀ ਰਿਪੋਰਟ ਬਣਾਈ ਹੈ। ਕਮੇਟੀ ਨੇ ਆਪਣੇ ਵੱਲੋਂ ਕੋਈ ਇਹਦੇ ਵਿੱਚ ਕੋਈ ਪਲੱਸ ਮਾਈਨਸ ਨਹੀਂ ਕੀਤਾ। ਜੇ ਗਰੇਵਾਲ ਸਾਹਿਬ ਨੇ ਇਹ ਗੱਲ ਕੀਤੀ ਆ ਤਾਂ ਸ਼ਰਮ ਆਉਣੀ ਚਾਹੀਦੀ ਹੈ ਗਰੇਵਾਲ ਸਾਹਿਬ ਨੂੰ। ਇੱਕ ਵੀ ਪ੍ਰੂਵ ਕਰ ਦੇਣ, ਜਾਂ ਤਾਂ ਗਰੇਵਾਲ ਸਾਹਿਬ ਸਾਰਾ ਕੁਝ ਛੱਡ ਦੇਣ ਜਾਂ ਮੈਂ ਛੱਡ ਦਿਆਂ। 83 ਬਿਆਨ ਲਏ ਨੇ ਅਸੀਂ, ਇੱਕ ਵੀ ਉਹਨਾਂ 'ਚ ਉਗਰਵਾਦੀ ਨਹੀਂ ਹੈ। ਇਹ ਕਿਹੜੀਆਂ ਗੱਲਾਂ ਕਰਦੀ ਹੈ ਬੀਜੇਪੀ ਦੇ ਲੀਡਰ? ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ। ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਦੂਜੇ ਪਾਸੇ ਕਈ ਲੋਕ ਏਦਾਂ ਦੇ ਵੀ ਨੇ ਜੋ ਕਿ ਕਿਸਾਨਾਂ ਨੂੰ ਦੇਸ਼ ਦਰੋਹੀ ਦੱਸਦੇ ਨੇ। ਕਿਸਾਨਾਂ ਨੂੰ ਦੇਸ਼ ਦਰੋਹੀ ਦੱਸਣ ਦੇ ਪਿੱਛੇ ਭੜਕੇ ਸਿਮਰਜੀਤ ਬੈਂਸ ਨੇ ਕਿਸ ਤਰੀਕੇ ਨਾਲ ਜਵਾਬ ਦਿੱਤਾ ਤੇ ਕੀ ਕੁਝ ਕਿਹਾ ਬੀਜੇਪੀ ਨੂੰ ਲੈ ਕੇ, ਇਹ ਆਓ ਤੁਹਾਨੂੰ ਸੁਣਾਉਂਦੇ ਆ। ਨਾਲ ਦੀ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਇੰਨਾ ਹੀ ਨਹੀਂ, ਬੀਜੇਪੀ ਨੂੰ ਇਹ ਵੀ ਕਹਿ ਦਿੱਤਾ ਕਿ ਹਿੰਦੂ ਤੇ ਪੰਜਾਬੀਆਂ ਦੇ ਵਿੱਚ, ਸਰਦਾਰਾਂ ਦੇ ਵਿੱਚ ਲੜਾਈ ਝਗੜਾ ਇਹ ਕਰਾਉਣਾ ਚਾਹੁੰਦੇ ਨੇ ਤੇ ਸਭ ਨੂੰ ਅਲੱਗ ਕਰਨਾ ਚਾਹੁੰਦੀ ਹੈ ਬੀਜੇਪੀ। ਹੋਰ ਸੁਣਾਉਂਦੇ ਆ ਤੁਹਾਨੂੰ ਕੀ ਕੁਝ किया। चन्नी गवर्नमेंट ने अनाउंस किया समथिंग इज बेटर देन नथिंग। अगर किसी गवर्नमेंट ने जो 700 से भी ज़्यादा लोग किसान आंदोलन के दौरान शहीद हुए हैं, उनकी फैमिली को 2 लाख रुपए स्टेट गवर्नमेंट ने किया है, मैं उनके सवाल का जवाब दे रहा हूँ। तो वो समथिंग इज बेटर देन नथिंग कि 2 लाख रुपए दिया। तो मेरी ये अपील है चन्नी गवर्नमेंट को कि आप 2 लाख कुछ भी नहीं, आप उनको 10-10 लाख रुपए और एक सरकारी नौकरी उनके परिवार के लोगों को। भाजपा विरोध कर रही कि 26 जनवरी वाले किसानों ਨੂੰ ਤੁਸੀਂ 2-2 ਲੱਖ ਐਮਐਲਏ ਜਾ ਰਹੇ ਹੋ, ਉਹਦਾ ਵਿਰੋਧ ਕਰ ਰਹੇ ਆ ਕਿ ਇਹ ਦੇਸ਼ ਵਿਰੋਧੀ ਘਟਨਾ ਸੀਗੀ। ਇਹਦੇ ਦੇਖੋ, ਭਾਜਪਾ ਅਸਲ ਦੇ ਵਿੱਚ ਦੇਸ਼ ਦੇ ਟੁਕੜੇ ਕਰਨ ਤੇ ਤੁਲੀ ਹੋਈ ਆ। ਇਹ ਚੇਤਾਵਨੀ ਹੈਗੀ, ਅਲਾਰਮ ਹੈਗਾ ਬੀਜੇਪੀ ਵਾਸਤੇ। ਅਸੀਂ ਪੂਰੀ ਤਿਆਰੀ ਕੀਤੀ ਹੈ। 117 ਹਲਕਿਆਂ ਦੇ ਅੰਦਰ ਲੋਕ ਇਨਸਾਫ ਪਾਰਟੀ ਦੇ ਜਥੇਬੰਦਕ ਯੂਨਿਟ ਇਕਾਈਆਂ ਕੱਲ ਮੋਗਾ ਦੀ ਧਰਤੀ ਮਿੱਤਲ ਰਿਜ਼ੋਰਟ ਦੇ ਵਿੱਚ ਇਕੱਠੇ ਹੋ ਕੇ 117 ਦੀ ਕਸਮ ਭ੍ਰਿਸ਼ਟਾਚਾਰ ਖਤਮ, ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜੇ ਕਹਿੰਦੇ ਸੀ ਵੀ ਲੋਕ ਇਨਸਾਫ ਪਾਰਟੀ ਮਹੱਲਾ ਪਾਰਟੀ ਹੈ, ਉਹਨਾਂ ਨੂੰ ਦੱਸਣ ਵਾਸਤੇ ਵੀ ਇਸ ਪਾਰਟੀ ਦੇ ਨਾਲ 117 ਹਲਕਿਆਂ ਦੇ ਅੰਦਰ ਉਹ ਯੋਧੇ ਬੈਠੇ ਆ ਜਿਹੜੇ ਲੋਕਾਂ ਦੀ ਗ੍ਰਾਸ ਰੂਟ ਦੇ ਉੱਤੇ ਬੇਈਮਾਨਾਂ ਨੂੰ ਭਾਜੜ ਪਾ ਕੇ ਮਦਦਗਾਰ ਬਣ ਰਹੇ ਆ। ਸੋ ਕੱਲ ਦਾ ਪ੍ਰੋਗਰਾਮ ਮੋਗਾ ਵਿਖੇ ਬੜੀ ਸਫਲਤਾ ਦੇ ਨਾਲ, ਇੱਕ ਦਿਨ ਦਾ ਅਜਲਾਸ, ਇੱਕ ਦਿਨ ਦਾ ਸੈਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਕਿ ਅਸੀਂ ਸਮਰੱਥ ਹੈਗੇ ਆ। 117 ਹਲਕਿਆਂ ਦੇ ਅੰਦਰ ਸਾਡੇ ਕੋਲੇ ਬਹੁਤ ਤਕੜੇ
ਜਥੇਬੰਦਕ ਢਾਂਚੇ ਦੇ ਵਿੱਚ ਯੋਧੇ ਕੈਂਡੀਡੇਟ ਵੀ ਹੈਗੇ ਆ। ਤੇ ਹੁਣ ਅੱਗੇ ਗੱਲ ਕਰਾਂਗੇ ਗ੍ਰਹਿ ਮੰਤਰੀ ਅਨਿਲ ਵਿਜ ਦੀ, ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਬਾਰ-ਬਾਰ ਗੱਲ ਕਰਨ ਤੋਂ ਬਾਅਦ ਵੀ ਇਸ ਅੰਦੋਲਨ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਕਿਤੇ ਨਾ ਕਿਤੇ ਖੋਟ ਜ਼ਰੂਰ ਹੈਗੀ ਹੈ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ। ਇਸ ਦੇ ਨਾਲ ਹੀ ਪ੍ਰਦਰਸ਼ਨ ਨੂੰ ਲੈ ਕੇ ਵੀ ਕਿਹਾ ਗਿਆ ਕਿ ਇਸ ਦਾ ਛੇਤੀ ਤੋਂ ਛੇਤੀ ਨਿਪਟਾਰਾ ਹੋਣਾ ਚਾਹੀਦਾ ਸੀਗਾ, ਲੇਕਿਨ ਹਾਲੇ ਤੱਕ ਨਿਪਟਾਰਾ नहीं हो पाया। और की कुछ किया, आओ थानू सुनाते हैं। प्रजातंत्र में मसलों का हल बातचीत से होता है और हमारी सरकार बार बार इनको बातचीत के लिए बुला रही है, बार बार कहती है कि आओ बात कर लो। हमारे कृषि मंत्री तोमर जी ने भी बार बार कहा है और हमारे प्रधानमंत्री नरेंद्र मोदी जी ने भी कहा है कि आओ बात कर लो, लेकिन ये बात करते नहीं है। अब 1 साल हो गया इनको बैठे हुए। अब तो किसान भाइयों को अपने नेताओं से पूछना चाहिए कि 1 साल हो गया तुमने हमें घरों से लाकर सड़कों पर बैठा दिया, जिस मुद्दे को लेकर आप आंदोलन कर रहे हैं उसमें कितनी प्रगति हुई, कहां तक पहुंचे हैं आप? और अगर उनको लगता है, क्योंकि प्रजातंत्र में तो बातचीत से ही समाधान होगा, अगर उनको लगता है कि उनके नेता बातचीत करने में सक्षम नहीं है तो उनको नए नेता चुनने चाहिए, नए वार्ताकार चुनने चाहिए, जो वार्ता करके सरकार के साथ वार्ता करके इस मसले का समाधान कर सके। ਅੱਗੇ ਗੱਲ ਕਰਾਂਗੇ ਸਰਕਾਰ ਦੇ ਖਿਲਾਫ ਹੋ ਰਹੇ ਧਰਨੇ ਪ੍ਰਦਰਸ਼ਨ ਦੀ। ਇੱਕ ਹੋਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਲਗਾਤਾਰ ਧਰਨੇ ਪ੍ਰਦਰਸ਼ਨ ਹੋ ਰਹੇ ਨੇ। ਹੋਰ ਫਿਲਹਾਲ ਇਹਨਾਂ ਮੁਲਾਜ਼ਮਾਂ ਦੇ ਨਾਲ ਨਿੱਜੀ ਸਕੂਲਾਂ ਦੇ ਬੱਸਾਂ ਦੇ ਆਪਰੇਟਰ ਵੀ ਸ਼ਾਮਲ ਹੋ ਗਏ ਹਨ ਤੇ ਸੜਕਾਂ ਦੇ ਉੱਤੇ ਖੜਾ ਕਰਕੇ ਬੱਸਾਂ ਨੂੰ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚਲਦੇ ਅੱਜ ਪੰਜਾਬ ਦੇ ਪ੍ਰਾਈਵੇਟ ਸਕੂਲ ਬੱਸਸ ਆਪਰੇਟਰ ਵੀ ਉਹਨਾਂ ਦੇ ਨਾਲ ਸੜਕਾਂ ਤੇ ਬੱਸਾਂ ਖੜੀਆਂ ਕਰ ਸਰਕਾਰ ਦੇ ਖਿਲਾਫ ਸ਼ਾਂਤੀਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪੰਜਾਬ ਸਕੂਲ ਐਸੋਸੀਏਸ਼ਨ ਦੀ ਯੂਨੀਅਨ ਵੱਲੋਂ ਸਾਨੂੰ ਕਾਲ ਆਈ ਹੈ। ਅਸੀਂ ਸ਼ਾਂਤਮਈ ਢੰਗ ਦੇ ਨਾਲ ਅੱਜ ਸਾਰੇ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਬੱਸਾਂ, ਸਕੂਲਾਂ ਦੀਆਂ ਸਾਰੀਆਂ ਰੋਡ ਦੇ ਮੇਨ ਰੋਡਾਂ ਦੇ ਬੱਸਾਂ ਖੜੀਆਂ ਕਰਕੇ ਪ੍ਰਦਰਸ਼ਨ ਕਰ ਰਹੇ ਹਾਂ। ਸਰਕਾਰ ਨੂੰ ਕਹਿ ਰਹੇ ਹਾਂ ਵੀ ਸਾਡੇ ਟੈਕਸ, ਸਾਡੀਆਂ ਪਾਸਿੰਗਾਂ, ਸਾਡੇ ਜੋ ਸਕੂਲ ਦੇ ਮਸਲੇ ਆ ਉਹ ਹੱਲ ਕੀਤੇ ਜਾਣ। ਅਸੀਂ 2 ਸਾਲਾਂ ਤੋਂ ਬਿਲਕੁਲ ਵਿਹਲੇ, ਬਿਲਕੁਲ ਬੇਰੁਜ਼ਗਾਰ ਤੇ ਬਹੁਤ ਮੰਦੀ ਹਾਲਤ ਦੇ ਵਿੱਚ ਸਕੂਲ ਦਾ ਕਾਰੋਬਾਰ ਚੱਲ ਰਿਹਾ। ਇਸ ਕਰਕੇ ਅਸੀਂ ਸਕੂਲ ਦੇ ਸਾਰੇ ਜੋ ਵੀ ਹੈ ਡਰਾਈਵਰ ਹੈ, ਸਕੂਲ ਕਰਮਚਾਰੀ ਹੈ, ਸਕੂਲ ਦੇ ਮਾਲਕ ਹੈ, ਉਹ ਇਸ ਗੱਲ ਨੂੰ ਕਹਿ ਰਹੇ ਆ ਵੀ ਸਾਡੇ ਜੋ ਸਕੂਲ ਦਾ ਹੁਣ ਕਾਰੋਬਾਰ ਸ਼ੁਰੂ ਹੋਣ ਦੀ ਥੋੜਾ ਜਿਹਾ ਚੱਲਿਆ ਤਾਂ ਉਹਦੇ ਵਿੱਚ ਸਾਨੂੰ ਰਾਹਤ ਦਿੱਤੀ ਜਾਵੇ, ਟੈਕਸਾਂ ਦੀ, ਪਾਸਿੰਗ ਦੀ, ਸਾਡੇ ਡਰਾਈਵਰਾਂ ਦੇ, ਕਨੈਕਟਰਾਂ ਦੇ ਜੋ ਬੀਮੇ, ਜੋ ਕਿਹਾ ਵੀ ਮੰਗਾ ਬੀਮੇ ਕਰੇ ਜਾਣ। ਤੇ ਸਾਨੂੰ ਆਹ ਹੁਣ ਸਟਾਰਟਿੰਗ ਦੇ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਪਾਸਿੰਗ ਦੀ। ਹੁਣ ਚੈਕਿੰਗਾਂ ਸ਼ੁਰੂ ਹੋ ਗਈਆਂ ਤਾਂ ਟੈਕਸਾਂ ਦੀ ਤੇ ਮੇਨ ਪਾਸਿੰਗ ਦੀ ਦਿੱਕਤ ਆ ਰਹੀ ਹੈ ਸਾਨੂੰ। ਅਸੀਂ ਇਹ ਸੋਚ ਰਹੇ ਹਾਂ ਵੀ ਜੋ ਚੰਨੀ ਸਾਹਿਬ ਸਾਡੇ ਏਰੀਏ ਦੇ CM ਬਣੇ ਨੇ, ਸਾਨੂੰ ਉਹਨਾਂ ਤੇ ਪੂਰੀ ਆਸ ਹੈ ਵੀ ਇਹ ਸਾਡੇ ਪੰਜਾਬ ਸਕੂਲ ਐਸੋਸੀਏਸ਼ਨ ਹੈ ਜੋ ਟੈਕਸਾਂ ਦੀ ਹੈ ਗੱਲ ਅਸੀਂ ਉਠਾਈ ਹੈ, ਬੀਮੇ ਦੀ ਗੱਲ ਉਠਾਈ ਹੈ, ਬੱਸਾਂ ਦੀ ਮਨਿਆਦਾਂ ਦੀ ਗੱਲ ਉਠਾਈ ਹੈ, ਵੀ ਸਾਨੂੰ ਉਹਨਾਂ ਤੇ ਆਸ ਹੈ ਵੀ ਸਾਡੀ ਉਹ ਗੱਲ ਪੂਰੀ ਕਰਨਗੇ। ਜੇ ਉਹ ਗੱਲ ਨਹੀਂ ਪੂਰੀ ਹੁੰਦੀ ਤਾਂ ਅਸੀਂ ਇਹ ਪ੍ਰਦਰਸ਼ਨ ਨੂੰ ਹੋਰ ਤਿੱਖਾ ਤੇਜ਼ ਕਰਾਂਗੇ ਸਾਰੇ ਪੰਜਾਬ ਦੇ ਵਿੱਚ। ਇਸ ਟਾਈਮ ਸਾਰੇ ਪੰਜਾਬ ਦੇ ਵਿੱਚ ਸਾਰੇ ਹਾਈਵੇ ਤੇ ਬੱਸਾਂ ਖੜੀਆਂ ਨੇ ਤੇ ਅਸੀਂ ਚੰਨੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਸਕੂਲ ਦੀਆਂ ਬੱਸਾਂ ਬਾਰੇ, ਡਰਾਈਵਰਾਂ ਬਾਰੇ ਜੋ ਐਸੋਸੀਏਸ਼ਨਾਂ ਬਣੀਆਂ, ਜਿਹੜੇ ਇੰਨੇ ਡਰਾਈਵਰ ਨਿਰਭਰ ਹੈ, ਉਹਨਾਂ ਬਾਰੇ ਤੁਸੀਂ ਗਰੀਬ ਬੰਦਿਆਂ ਬਾਰੇ ਕੁਝ ਸੋਚੋ। ਅੱਗੇ ਗੱਲ ਕਰਦੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ, ਜੋ ਕਿ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਆਪਣੇ ਬਿਆਨਾਂ ਨੂੰ ਲੈ ਕੇ। ਇਸ ਵਾਰ ਫਿਰ ਕੰਗਨਾ ਰਣੌਤ ਸੁਰਖੀਆਂ ਦੇ ਵਿੱਚ ਹੈ, ਲੇਕਿਨ ਇਸ ਵਾਰ ਸੁਰਖੀਆਂ ਦੇ ਵਿੱਚ ਕਿਸ ਕਾਰਨ ਹੈਗੀ ਹੈ, ਆਓ ਤੁਹਾਨੂੰ ਉਹ ਵਿਖਾਉਂਦੇ ਹਾਂ। देखिए, जिस तरीके से कंगना रनौत ने जो बयान दिया वो बिल्कुल बेतुका बयान, और उन्होंने सीधे सीधे हमारे जितने भी स्वतंत्रता सेनानी हैं, जितने भी हमारे नेता हैं, उन सबका अपमान किया है। और कोई भी बुद्धि वाला व्यक्ति
इस प्रकार की जो टिप्पणी है वो नहीं दे सकता है। इसके लिए आज हमने यहाँ पे कंगना रनौत के लिए जो है सद्बुद्धि यज्ञ किया और ये कामना करी कि वो जल्द से जल्द जो है उनको भगवान और ईश्वर जो है उनको सद्बुद्धि जो है बुद्धि प्राप्त करें और वो ये बयान जो है वो अपना वापस लें। और साथ ही साथ में भाजपा अगर उनके इस बयान से हाँ में हाँ नहीं मिलाती है तो जल्द से जल्द उनका पद्म भूषण जो उनको दिया गया है वो वापस लें। ਇਸ ਦੇ ਨਾਲ ਹੀ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।